ਪੰਜਾਬ ਵਿਧਾਨ ਸਭਾ ਦੇ 20 ਤਰੀਕ ਨੂੰ ਵੋਟਾਂ ਪੈਣੀਆਂ ਤੇ ਅੱਗੇ 10 ਮਾਰਚ ਨੂੰ ਰਿਜ਼ਲਟ ਆਣਾ ਹੈ ਔਰ ਬੀਜੇਪੀ ਪੰਜਾਬ ਬੀਜੇਪੀ ਪਹਿਲੀ ਵਾਰ ਮਤਲਬ ਕਿ ਇੱਕ ਵੱਡੇ ਭਰਾ ਦੇ ਰੂਪ ਵਿੱਚ ਇਲੈਕਸ਼ਨ ਲੜ ਰਹੀ ਹੈ। ਹਾਲੇ ਤੱਕ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਐਜ ਏ ਛੋਟੇ ਭਰਾ ਦੇ ਰੂਪ ਨਾਲ, ਮਤਲਬ ਛੋਟਾ ਭਰਾ ਇਸ ਕਰਕੇ ਮੈਂ ਕਹਿ ਰਿਹਾ ਵੀ ਪਹਿਲੇ ਉਹ ਸਿਰਫ 23 ਸੀਟਾਂ ਤੇ ਪੰਜਾਬ ਦੀਆਂ 23 ਸੀਟਾਂ ਤੇ ਪੰਜਾਬ ਵਿਧਾਨ ਸਭਾ ਦੀਆਂ 23 ਸੀਟਾਂ ਤੇ ਇਲੈਕਸ਼ਨ ਲੜਦੀ ਹੁੰਦੀ ਸੀ 117 ਤੋਂ। ਹੁਣ 23 ਤੋਂ ਵੱਧ ਸੀਟਾਂ ਤੇ ਇਲੈਕਸ਼ਨ ਲੜ ਰਹੀ ਹੈ। ਸਾਡੇ ਨਾਲ ਸੰਜੇ ਟੰਡਨ ਜੀ ਹੈ। ਸੰਜੇ ਟੰਡਨ ਜੀ ਹਿਮਾਚਲ ਬੀਜੇਪੀ ਦੇ ਸਹਿ ਪ੍ਰਭਾਰੀ ਹੈ ਔਰ ਚੰਡੀਗੜ੍ਹ ਬੀਜੇਪੀ ਚੰਡੀਗੜ੍ਹ ਬੀਜੇਪੀ ਇੱਕ ਬਹੁਤ ਵੱਡੀ ਯੂਨਿਟ ਹੈਗੀ ਹੈ ਜਿਸ ਵਿੱਚ ਲਗਾਤਾਰ 10 ਸਾਲ ਪ੍ਰਧਾਨ ਰਹੇ ਨੇ ਔਰ ਇਸ ਸਮੇਂ ਪੰਜਾਬ ਦੀ ਰਾਜਨੀਤੀ ਵਿੱਚ ਸਕਰੀ ਹੈ। ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਟੰਡਨ ਜੀ, ਪਹਿਲੀ ਵਾਰ ਬੀਜੇਪੀ ਪੰਜਾਬ ਵਿੱਚ ਇੱਕ ਵੱਡੇ ਭਰਾ ਦੇ ਰੂਪ ਵਿੱਚ ਇਲੈਕਸ਼ਨ ਲੜ ਰਹੀ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ 2014 ਦੇ ਵਿੱਚ ਹਰਿਆਣਾ 'ਚ ਅਸੀਂ ਪਹਿਲੀ ਵਾਰੀ ਇੱਕ ਪੂਰੇ ਸਤਰ ਦੇ ਉੱਤੇ ਜਿਸ ਤਰ੍ਹਾਂ ਚੁਣਾਵ ਲੜਿਆ ਸੀ ਔਰ ਜਿਹੜੇ ਰਿਜ਼ਲਟ ਆਏ ਸੀਗੇ, ਉਸੇ ਤਰੀਕੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਐਤਕੀ ਪੰਜਾਬ ਦੇ ਵਿੱਚ ਅਸੀਂ ਜਿਹੜੀਆਂ 23 ਸੀਟਾਂ ਤੋਂ 73 ਸੀਟਾਂ ਦੇ ਉੱਤੇ ਪਹੁੰਚੇ ਹਾਂ। 50 ਸੀਟਾਂ ਵਧੀਆਂ ਹੈ ਅਤੇ ਸਭ ਤੋਂ ਵੱਡੀ ਇੱਕ ਜਿਹੜੀ ਹੈਗੀ ਹੈ ਸਟਰੈਂਥ ਦੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆਉਣ ਵਾਲੀ ਹੈ। ਪਹਿਲੀ ਵਾਰ ਸੁਖਦੇਵ ਸਿੰਘ ਢੀਂਡਸਾ ਜੀ ਦੀ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਤੁਸੀਂ ਮਿਲ ਕੇ ਇਲੈਕਸ਼ਨ ਲੜ ਰਹੇ ਹੋ ਔਰ ਮੈਂ ਤਾਂ ਇਹ ਸੁਣਨ 'ਚ ਆਇਆ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਜਿਹੜੇ ਨੁਮਾਇੰਦੇ ਇਲੈਕਸ਼ਨ ਲੜ ਰਹੇ ਸੀਗੇ, ਜਿਹੜੀਆਂ ਆਪਾਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਸੀਗੀਆਂ ਬੀਜੇਪੀ ਨੇ ਐਜ ਏ ਸਾਂਝੇਵਾਲ ਭਾਈਵਾਲ, ਉਹਨਾਂ 'ਚੋਂ ਕਈ ਉਮੀਦਵਾਰਾਂ ਨੇ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਉਹ ਹਾਕੀ ਤੇ ਬਾਲ ਦੇ ਜਿਹੜੇ ਚਿੰਨ੍ਹ ਤੇ ਆ ਚੁਣਾਵ ਲੜਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਬੀਜੇਪੀ ਦੇ ਜਿਹੜਾ ਚੁਣਾਵ ਚਿੰਨ੍ਹ ਹੈਗਾ ਕਮਲ, ਉਸ ਦੇ ਉੱਤੇ ਚੁਣਾਵ ਲੜਨਾ। ਦੇਖੋ, ਹਰ ਬੰਦੇ ਦਾ ਇੱਕ ਆਪਣਾ ਨਜ਼ਰੀਆ ਹੈਗਾ। ਜਿਹੜੇ ਕੈਪਟਨ ਸਾਹਿਬ ਦੀ ਪਾਰਟੀ ਦੇ ਬੰਦਿਆਂ ਦੀ ਕੀ ਫੀਲਿੰਗ ਹੈ ਉਹਦੇ ਬਾਰੇ ਉਹ ਹੀ ਜ਼ਿਆਦਾ ਜਵਾਬ ਦੇ ਸਕਦੇ ਆ। ਸਾਡੇ ਸਹਿਯੋਗੀ ਪਾਰਟੀ ਹੈ, ਉਹਦੇ ਬਾਰੇ ਸਾਡਾ ਕੁਝ ਬੋਲਣਾ ਉਹ ਠੀਕ ਨਹੀਂ ਲੱਗਦਾ। ਲੇਕਿਨ ਲੋਕਾਂ ਦੇ ਵਿੱਚ ਇੱਕ ਕਮਲ ਦਾ ਫੁੱਲ ਜਿਹੜਾ ਹੈ ਉਹ ਚੁਣਾਵ ਚਿੰਨ੍ਹ ਇੱਕ ਪ੍ਰਚਲਿਤ ਚੁਣਾਵ ਚਿੰਨ੍ਹ ਹੈ, ਪਹਿਲੇ ਤੋਂ ਇੱਕ ਐਸਟੈਬਲਿਸ਼ਡ ਚੁਣਾਵ ਚਿੰਨ੍ਹ ਹੈ। ਸ਼ਾਇਦ ਇਸ ਕਰਕੇ ਕੋਈ ਕਿਸੇ ਨੇ ਇਹੋ ਜਿਹੀ ਗੱਲ ਕੀਤੀ ਹੋਵੇ, ਲੇਕਿਨ ਮੈਨੂੰ ਲੱਗਦਾ ਕਿ ਅਸੀਂ ਦੋਨੋਂ ਭਰਾਵਾਂ ਵਾਕਣ ਲੜ ਰਹੇ ਹਾਂ ਅਤੇ ਉਹਨਾਂ ਦੇ ਚਿੰਨ੍ਹ 'ਤੇ ਲੜੇ, ਸਾਡੇ ਚਿੰਨ੍ਹ 'ਤੇ ਲੜੇ, ਸਾਰੇ ਇਕੱਠੇ ਹੀ ਕੰਮ ਕਰ ਰਹੇ। ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਪੰਜਾਬ ਵਿੱਚ? ਮੈਨੂੰ ਲੱਗਦਾ ਕਿ ਸਾਹਮਣੇ ਜਿਹੜਾ ਹੈਗਾ ਹੈ ਐਤਕੀ ਮੁਕਾਬਲਾ ਕਿਸੇ ਇੱਕ ਪਾਰਟੀ ਦੇ ਵੱਲ ਡਾਇਰੈਕਟਿਡ ਨਹੀਂ ਹੈ। ਆਮ ਜਨਤਾ ਵੀ ਇਹ ਚੀਜ਼ ਨੂੰ ਮਹਿਸੂਸ ਕਰ ਰਹੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਵੈ ਇਹ ਇੱਕ ਤਰ੍ਹਾਂ ਦੇ ਨਾਲ ਕਾਂਗਰਸ ਆਪਣੀ ਜਿਹੜੀ ਇਸ ਵੇਲੇ ਆਲਰੇਡੀ 5 ਸਾਲ ਤੋਂ ਸਰਕਾਰ ਚਲਾ ਰਹੀ, ਅਕਾਲੀ ਦਲ ਦਾ ਗਠਬੰਧਨ BSP ਦੇ ਨਾਲ ਹੋ ਗਿਆ, ਉਹ ਵੀ ਆਪਣੇ ਵੱਲੋਂ ਇੱਕ ਅਲੱਗ ਧੁਰੇ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਪੇਸ਼ ਕਰ ਰਹੀ। ਆਮ ਆਦਮੀ ਪਾਰਟੀ ਜਿਹਨੇ ਪਹਿਲੀ ਵਾਰ ਐਂਟਰ ਕੀਤਾ ਸੀ ਪੰਜਾਬ ਦੇ ਵਿੱਚ, ਉਹ ਵੀ ਆਪਣਾ ਜ਼ੋਰ ਲਗਾ ਰਹੀ ਹੈ। ਇੱਕ ਕਿਸਾਨਾਂ ਦਾ ਜਿਹੜਾ ਸੰਯੁਕਤ ਮੋਰਚਾ ਹੈ ਉਹ ਵੀ ਚੁਣਾਵ ਦੇ ਵਿੱਚ ਉਤਰਿਆ ਦਾ। ਇਸ ਤਰ੍ਹਾਂ ਹੀ ਸਿਚੁਏਸ਼ਨ ਦੇ ਵਿੱਚ ਕਿਸੇ ਇੱਕ ਪਾਰਟੀ ਦੇ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਇਹ ਲੱਗੇਗਾ ਕਿ ਚੁਣਾਵ ਜਿਹੜਾ ਹੈਗਾ ਵੈ ਉਹ 4 ਹਿੱਸਿਆਂ 'ਚ 5 ਹਿੱਸਿਆਂ 'ਚ ਕਿਤੇ ਵੰਡਿਆ ਹੋਇਆ ਤੁਹਾਨੂੰ ਦਿਖੇਗਾ। ਔਰ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਪਾਰਟੀ ਕਾਡਰ ਬੇਸਡ ਪਾਰਟੀ ਹੈ, ਜਿਹੜੀ ਪਾਰਟੀ ਦੇ ਕਾਰਜਕਰਤਾ ਪੁਰਾਣੇ ਨੀਚੇ ਤੱਕ ਬੈਠੇ ਹੋਏ ਨੇ, ਉਸ ਪਾਰਟੀ ਨੂੰ ਫਾਇਦਾ ਮਿਲੇਗਾ। ਔਰ ਮੈਨੂੰ ਜੋ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡੀ ਸਟਰੈਂਥ ਦੇ ਨਾਲ ਇਹ ਚੁਣਾਵ ਲੜ ਰਹੀ ਹੈ ਔਰ ਇਹਦਾ ਅੱਛਾ ਰਿਜ਼ਲਟ ਭਾਰਤੀ ਜਨਤਾ ਪਾਰਟੀ ਵਾਸਤੇ ਆਏ।
ਬੀਜੇਪੀ ਦੇ ਜਿਹੜਾ ਕੈਡਰ ਸੀਗਾ ਜਾਂ ਜਿਹੜੇ ਲੀਡਰਸ ਹੈ ਉਹਨਾਂ ਵਿੱਚ ਨਾਰਾਜ਼ਗੀ ਮਹਿਸੂਸ ਕੀਤੀ ਜਾ ਰਹੀ ਹੈ। ਉਹ ਇਸ ਕਰਕੇ ਆ, ਉਹਨਾਂ ਦਾ ਕਹਿਣਾ ਹੈ ਵੀ ਜਿਹੜੇ ਲੀਡਰ ਜਿਹੜੇ ਕੈਡਰ ਜਿਹੜਾ ਦੂਜੀ ਪਾਰਟੀਆਂ ਤੋਂ ਸ਼ਿਫਟ ਹੋ ਕੇ ਬੀਜੇਪੀ 'ਚ ਆਇਆ, ਕਿਉਂਕਿ ਉਹਨਾਂ ਨੂੰ ਉਹਨਾਂ ਦੀਆਂ ਪਾਰਟੀਆਂ ਨੇ ਜਦੋਂ ਟਿਕਟ ਨਹੀਂ ਦਿੱਤੀ ਤਾਂ ਉਹ ਉੱਥੋਂ ਭੱਜ ਕੇ ਜਦੋਂ ਬੀਜੇਪੀ 'ਚ ਸ਼ਾਮਿਲ ਹੋਏ ਤਾਂ ਬੀਜੇਪੀ ਨੇ ਆਪਣੇ ਜਿਹੜੇ ਪੁਰਾਣੇ ਵਰਕਰ ਸੀਗੇ ਜਿਹੜੇ ਕਈ ਸਾਲਾਂ ਤੋਂ ਲੱਗੇ ਹੋਏ ਸੀਗੇ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਨੂੰ ਪਾਰਟੀ ਟਿਕਟ ਦੇ ਦਿੱਤੀ। ਐਸੀ ਗੱਲ ਨਹੀਂ ਹੁੰਦੀ। ਤੁਸੀਂ ਦੇਖੋ ਜਿਸ ਵੇਲੇ ਪਾਰਟੀ 23 ਸੀਟਾਂ ਤੋਂ 73 ਸੀਟਾਂ ਦੇ ਉੱਤੇ ਆਂਦੀ ਹੈ, ਅੱਜ ਵੀ ਉਹਦੇ ਵਿੱਚ ਤੁਸੀਂ ਦੇਖੋ ਸਾਡੇ ਜਿਹੜੇ 6 ਜ਼ਿਲ੍ਹਾ ਪ੍ਰਧਾਨ ਚੁਣਾਵ ਲੜ ਰਹੇ ਨੇ ਔਰ 73 ਦੇ ਵਿੱਚੋਂ 50 ਬੰਦੇ ਉਹ ਚੁਣਾਵ ਲੜ ਰਹੇ ਨੇ ਕਿ ਜਿਹੜੇ ਸ਼ੁਰੂ ਤੋਂ ਹੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ। ਔਰ ਬਾਕੀ ਜਿਸ ਵੇਲੇ ਪਾਰਟੀ ਜਿਹੜੀ ਹੈਗੀ ਹੈ ਇੱਕ ਅੱਗੇ ਵੱਧ ਰਹੀ ਹੁੰਦੀ ਹੈ ਤੇ ਕਈ ਲੋਕ ਉਹਨੂੰ ਜੁਆਇਨ ਵੀ ਕਰਦੇ, ਉਹਨਾਂ ਦਾ ਵੀ ਨਾਲ ਸਾਥ ਲੈ ਕੇ, ਲੇਕਿਨ ਮੇਜਰ ਤੌਰ ਦੇ ਉੱਤੇ ਪਾਰਟੀ ਦੇ ਕਾਰਜਕਰਤਾ ਨੂੰ ਹੀ ਮੁੱਖ ਰੱਖ ਕੇ ਇਹ ਚੁਣਾਵ ਲੜਿਆ ਜਾ ਰਿਹਾ ਹੈ ਔਰ ਪਾਰਟੀ ਸਾਰੀ ਇਕੱਠੀ ਇੱਕ ਤਰੀਕੇ ਦੇ ਨਾਲ ਇਸ ਨੂੰ ਕਰ ਰਹੀ ਹੈ ਔਰ ਮੈਨੂੰ ਲੱਗਦਾ ਕਿ ਇਹਦਾ ਰਿਜ਼ਲਟ ਜਿਹੜਾ ਹੈਗਾ ਹੈ ਬਿਲਕੁਲ ਉਸ ਤਰ੍ਹਾਂ ਹੀ ਹੋਏਗਾ ਜਿਸ ਤਰ੍ਹਾਂ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ 'ਚ ਕਰਕੇ ਦਿਖਾਇਆ ਸੀਗਾ। ਉਹ ਜਿਹਾ ਰਿਜ਼ਲਟ ਤੁਹਾਨੂੰ ਪੰਜਾਬ 'ਚ ਐਤਕੀ ਦੇਖਣ ਨੂੰ ਮਿਲੇਗਾ। ਮਦਨ ਮੋਹਨ ਮਿੱਤਲ ਸਰ ਮੇਰੇ ਖਿਆਲ ਹੈ ਪੰਜਾਬ ਬੀਜੇਪੀ ਦੇ ਸਭ ਤੋਂ ਸੀਨੀਅਰ ਲੀਡਰ ਸੀਗੇ ਔਰ ਪਿਛਲੇ ਕਈ ਦਸ਼ਕਾਂ ਤੋਂ ਬੀਜੇਪੀ 'ਚ ਸਕਰੀਏ ਸੀਗੇ। ਇੰਨਾ ਹੀ ਨਹੀਂ, ਬੀਜੇਪੀ ਨੇ ਉਹਨਾਂ ਨੂੰ 4 ਵਾਰੀ ਬੀਜੇਪੀ ਦੀ ਟਿਕਟ ਤੇ 4 ਵਾਰੀ ਉਹ ਵਿਧਾਇਕ ਬਣੇ ਅਤੇ 2 ਵਾਰੀ ਉਹ ਮੰਤਰੀ ਵੀ ਰਹੇ ਸਟੇਟ 'ਚ। ਲੇਕਿਨ ਮਤਲਬ ਕਿ ਬੀਜੇਪੀ ਪਾਰਟੀ 'ਚ ਟਿਕਟ ਨੂੰ ਲੈ ਕੇ ਉਹਨਾਂ ਦੀ ਇੰਨੀ ਨਾਰਾਜ਼ਗੀ ਹੋ ਗਈ ਕਿ ਉਹ ਬੀਜੇਪੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਮਿੱਤਲ ਸਾਹਿਬ ਇੱਕ ਭਾਰਤੀ ਜਨਤਾ ਪਾਰਟੀ ਦੇ ਬੜੇ ਪੁਰਾਣੇ ਤੇ ਸੁਲਝੇ ਹੋਏ ਨੇਤਾ ਰਹੇ ਨੇ। ਅਸੀਂ ਵੀ ਆਪਣਾ ਬਚਪਨ ਜਿਹੜਾ ਹੈਗਾ ਵੈ ਉਹਨਾਂ ਦੀ ਗੋਦ 'ਚ ਬੈਠ ਕੇ ਵੀ ਕੱਟਿਆ ਦਾ ਔਰ ਕਿਸ ਹਾਲਾਤ ਦੇ ਵਿੱਚ ਉਹਨਾਂ ਨੂੰ ਇਹੋ ਜਿਹਾ ਕਦਮ ਲੈਣਾ ਪਿਆ ਮੈਨੂੰ ਲੱਗਦਾ ਬੜਾ ਦੁਰਭਾਗਯਪੂਰਨ ਹੈ ਔਰ ਮੈਂ ਤੇ ਅੱਜ ਵੀ ਉਮੀਦ ਕਰਦਾ ਕਿ ਉਹ ਹਮੇਸ਼ਾ ਉਹਨਾਂ ਨੇ ਪਾਰਟੀ ਨੂੰ ਆਪਣੀ ਮਾਂ ਦੇ ਸਮਾਨ ਸਮਝਿਆ ਔਰ ਪਾਰਟੀ ਨੂੰ ਉਹੀ ਦਰਜਾ ਦਿੰਦੇ ਹੋਏ ਉਹ ਆਪਣਾ ਇਹ ਨਿਰਣੇ ਜਿਹੜਾ ਹੈ ਉਹਨੂੰ ਰੀਕਨਸੀਡਰ ਕਰਨਗੇ ਔਰ ਪਾਰਟੀ 'ਚ ਵਾਪਸ ਆਉਣਗੇ, ਐਸਾ ਮੈਨੂੰ ਲੱਗਦਾ। ਟੰਡਨ ਜੀ, ਬੀਜੇਪੀ ਕੀ ਕਰਦੀ ਹੈ ਜਿੱਥੇ ਤਾਂ ਉਹਨਾਂ ਕੋਲੇ ਸੀਐਮ ਦਾ ਪੀਐਮ ਦਾ ਚਿਹਰਾ ਹੁੰਦਾ ਤੇ ਉਹ ਓਪੋਜੀਸ਼ਨ ਤੇ ਬੜਾ ਦਬਾਅ ਬਣਾਉਂਦੀ ਹੈ ਵੀ ਬਗੈਰ ਦੁੱਲੇ ਤੋਂ ਬਰਾਤ ਜਾ ਰਹੀ ਹੈ। ਜਿੱਥੇ ਉਹਨਾਂ ਕੋਲੇ ਚਿਹਰਾ ਨਹੀਂ ਹੁੰਦਾ ਉੱਥੇ ਉਹ ਕਹਿ ਦਿੰਦੇ ਆ ਵੀ ਸਾਡਾ ਪਾਰਲੀਮੈਂਟਰੀ ਬੋਰਡ ਡਿਸਾਈਡ ਕਰੇਗਾ। ਪੰਜਾਬ ਵਿੱਚ ਚੁਣਾਵ ਹੈਗੇ ਨੇ ਔਰ ਇਸ ਟਾਈਮ ਸੀਐਮ ਦਾ ਚਿਹਰਾ ਕਿਉਂਕਿ ਬੀਜੇਪੀ ਕੋਲੇ ਹਾਲੇ ਤੈਅ ਨਹੀਂ ਹੋ ਪਾ ਰਿਹਾ, ਇਸ ਕਰਕੇ ਬੀਜੇਪੀ ਬਾਰ-ਬਾਰ ਇਹ ਕਹਿ ਰਹੀ ਹੈ ਕਿ ਪਾਰਲੀਮੈਂਟਰੀ ਬੋਰਡ ਜਿਹੜਾ ਉਹ ਡਿਸਾਈਡ ਕਰੇਗਾ। ਮੈਂ ਇਸ ਵਾਰੀ ਵਿਦਆਊਟ ਦੁੱਲੇ ਦੇ ਬਰਾਤ ਨਹੀਂ ਚੱਲ ਰਹੀ। ਦੇਖੋ ਇਹ ਗੱਲਾਂ ਜਿਹੜੀਆਂ ਹੈਗੀਆਂ ਕੋਈ ਚੀਜ਼ਾਂ ਤੁਹਾਨੂੰ ਕਹਿਣ 'ਚ ਚੰਗੀਆਂ ਲੱਗਦੀਆਂ ਲੇਕਿਨ ਸਾਡੀ ਪਾਰਟੀ ਇੱਕ ਕਾਡਰ ਬੇਸਡ ਪਾਰਟੀ ਹੈ। ਸਾਡੀ ਪਾਰਟੀ ਦੇ ਵਿੱਚ ਨਾ ਕੋਈ ਮਾਂ ਪੁੱਤਰ ਜਿਹੜਾ ਹੈਗਾ ਡਿਸਾਈਡ ਕਰਦੇ ਆ, ਨਾ ਹੀ ਕੋਈ ਪਿਓ ਪੁੱਤਰ ਡਿਸਾਈਡ ਕਰਦੇ ਆ। ਸਾਡੀ ਪਾਰਟੀ ਇੱਕ ਪਾਰਲੀਮੈਂਟਰੀ ਬੋਰਡ ਦੇ ਹਿਸਾਬ ਦੇ ਨਾਲ ਚੱਲਦੀ ਹੈ ਔਰ ਪਾਰਲੀਮੈਂਟਰੀ ਬੋਰਡ 'ਚ ਵੀ ਕੋਈ ਕਿਸੇ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਤੇ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਪਾਰਟੀ ਨਿਰਣੇ ਕਰਦੀ ਹੈਗੀ ਹੈ ਉਹ ਪੂਰੇ ਸਾਰੇ ਪਹਿਲੂ ਉਹਦੇ ਸੋਚ ਕੇ ਸਾਰੇ ਪਹਿਲੂ ਦਾ ਅੰਦਾਜ਼ਾ ਲਗਾ ਕੇ ਫਿਰ ਉਸ ਤੋਂ ਬਾਅਦ ਹੀ ਪਾਰਟੀ ਆਪਣਾ ਨਿਰਣੇ ਕਰਦੀ ਹੈ ਔਰ ਉਹ ਨਿਰਣੇ ਜਿਹੜਾ ਹੋਏਗਾ ਪੰਜਾਬੀਆਂ ਦੇ ਹਿੱਤ ਦੇ ਵਿੱਚ ਉਹ ਨਿਰਣੇ ਹੋਏਗਾ ਔਰ ਕੋਈ ਇਸ ਤਰ੍ਹਾਂ ਨਹੀਂ ਹੋਏਗਾ ਕਿ ਕੋਈ ਜਿਹੜਾ ਹੈਗਾ ਕੋਈ ਰਿਸ਼ਤੇਦਾਰੀ ਕਰਕੇ, ਕੋਈ ਕਿਸੇ ਦੀ ਨਜ਼ਦੀਕੀ ਕਰਕੇ, ਕੋਈ ਕਿਸੇ ਕਰਕੇ, ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਹੁੰਦਾ ਹੈ। ਸਾਡੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਔਰ ਬੜਾ ਸੋਚ ਸਮਝ ਕੇ ਕੇਂਦਰੀ ਸਾਡੀ ਜਿਹੜੀ ਪਾਰਲੀਮੈਂਟਰੀ ਬੋਰਡ ਹੈ ਉਹ ਇਹਦਾ ਨਿਰਣੇ ਕਰਦੇ ਆ ਔਰ ਉਹ ਨਿਰਣੇ ਤੁਸੀਂ ਦੇਖਿਆ ਹੀ ਹੈਗਾ। ਇੱਥੇ ਉੱਤਰਾਖੰਡ 'ਚ ਜਿਸ ਵੇਲੇ ਹੋਇਆ ਸੀਗਾ ਉਸ ਵੇਲੇ ਵੀ ਚੁਣਾਵ ਤੋਂ ਬਾਅਦ ਉੱਥੇ ਡਿਕਲੇਅਰ ਕੀਤਾ। ਹਰਿਆਣਾ ਦੇ ਵਿੱਚ ਜਿਸ ਵੇਲੇ ਹੋਇਆ
ਉਹ ਵੀ ਚੁਣਾਵ ਤੋਂ ਬਾਅਦ ਉਹਦੇ 'ਚ ਡਿਕਲੇਅਰ ਕੀਤਾ ਔਰ ਬੜੀ ਅੱਛੇ ਢੰਗ ਦੇ ਨਾਲ ਜਿਹੜੀ ਹੈਗੀ ਹੈ ਸੈਕਿੰਡ ਟਾਈਮ ਮਨੋਹਰ ਲਾਲ ਜੀ ਦੀ ਸਰਕਾਰ ਚੱਲ ਰਹੀ ਹੈ। ਔਰ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਵੀ ਅਸੀਂ ਉਸੇ ਪੋਜੀਸ਼ਨ ਦੇ ਵਿੱਚ ਆਵਾਂਗੇ ਔਰ ਪਾਰਲੀਮੈਂਟਰੀ ਬੋਰਡ ਜਿਹੜਾ ਹੈ ਪੂਰਾ ਸક્ષਮ ਹੈ ਔਰ ਅੱਛੇ ਢੰਗ ਦੇ ਨਾਲ ਫੈਸਲਾ ਕਰਦਾ। ਟੰਡਨ ਜੀ, ਪੰਜਾਬ ਵਿੱਚ ਪਹਿਲੀ ਵਾਰ ਇਦਾਂ ਹੋ ਰਿਹਾ ਹੈ ਕਿ ਰੈਲੀਆਂ ਨਹੀਂ ਹੋ ਰਹੀਆਂ। ਕੋਵਿਡ ਦੇ ਕਰਕੇ ਚੁਣਾਵ ਆਯੋਗ ਨੇ ਰੈਲੀਆਂ ਤੇ ਪਾਬੰਦੀ ਲਗਾਈ ਹੋਈ ਆ। ਪਹਿਲੀ ਵਾਰ ਡਿਜੀਟਲ ਜਿਹੜਾ ਚੁਣਾਵ ਹੈ ਪ੍ਰਚਾਰ ਹੈ ਉਹ ਚੱਲ ਰਿਹਾ, ਜਾਂ ਫਿਰ ਡੋਰ ਟੂ ਡੋਰ ਜਿਹੜਾ ਪ੍ਰਚਾਰ ਚੱਲ ਰਿਹਾ। ਇਸ ਮਤਲਬ ਕਿ ਜਿਹੜਾ ਇਹ ਪ੍ਰਚਾਰ ਜਿਹੜਾ ਸਿਸਟਮ ਚੱਲ ਰਿਹਾ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਕੀ ਲੱਗਦਾ ਵੀ ਬੀਜੇਪੀ ਨੂੰ ਇਸ 'ਚ ਬੈਨੀਫਿਟ ਹੋਏਗਾ ਜਾਂ ਲੋਸ ਹੋਏਗਾ? ਕਿਸ ਤਰ੍ਹਾਂ ਤੁਸੀਂ ਇਸ ਪ੍ਰਚਾਰ ਨੂੰ ਦੇਖਦੇ ਹੋ? ਦੇਖੋ, ਹਾਲੇ ਜਿਹੜਾ ਚੁਣਾਵ ਜਿਹੜਾ ਇਲੈਕਸ਼ਨ ਦੀ ਜਿਹੜੀਆਂ ਡਾਇਰੈਕਸ਼ਨਸ ਆਈਆਂ ਉਹਦੇ ਮੁਤਾਬਕ ਉਹਨਾਂ ਨੇ 11 ਫਰਵਰੀ ਤੱਕ ਦਾ ਹਾਲੇ ਰੋਕ ਲਗਾਈ ਹੈ। ਮੈਨੂੰ ਲੱਗ ਰਿਹਾ ਕਿ ਜਿਸ ਤਰੀਕੇ ਦੇ ਨਾਲ ਕਰੋਨਾ ਵੇਵ ਥੋੜੀ ਜਿਹੜੀ ਹੈਗੀ ਹੈ ਸੈਟਲ ਹੋ ਰਹੀ ਹੈ ਔਰ ਨੰਬਰਸ ਜਿਹੜੇ ਹੈ ਘਟ ਰਹੇ ਨੇ, ਮੈਨੂੰ ਲੱਗਦਾ ਸ਼ਾਇਦ ਇਸ ਤੋਂ ਬਾਅਦ ਉਹ ਵਾਲਾ ਜਿਹੜਾ ਹੈਗਾ ਰੈਲੀਆਂ ਕਰਨ ਵਾਲਾ ਵੀ ਰਸਤਾ ਸ਼ਾਇਦ ਖੁੱਲ੍ਹ ਜਾਏ। ਲੇਕਿਨ ਉਹਦੇ ਵਾਸਤੇ ਕਿਸੇ ਦੀ ਕੋਈ ਜਾਨ ਦੀ ਸਮੱਸਿਆ ਸਾਹਮਣੇ ਹੋਵੇ ਤੇ ਉਹ ਤੇ ਇਲੈਕਸ਼ਨ ਕਮਿਸ਼ਨ ਵੀ ਇਹੋ ਜਿਹਾ ਫੈਸਲਾ ਨਹੀਂ ਕਰੇਗਾ। ਤੇ ਮੈਨੂੰ ਲੱਗਦਾ ਕਿ ਵੰਸ ਇਹ ਡਿਸੀਜਨ ਹੁੰਦਾ ਤੇ ਸਾਰੇ ਨੇਤਾ ਆਉਣਗੇ ਔਰ ਉਨੀ ਦੇਰ ਤੱਕ ਜਿਹੜਾ ਹੈਗਾ, ਕਿਉਂਕਿ ਚੁਣਾਵ ਦਾ ਸਮੇਂ ਹੈ ਤੇ ਲੋਕਾਂ ਨੇ ਘਰਾਂ ਦੇ ਵਿੱਚ ਜਾਣਾ ਹੈ, ਲੋਕਾਂ ਨੇ ਡੋਰ ਟੂ ਡੋਰ ਕਰਨਾ ਹੈ, ਆਪਣੀਆਂ ਸੜਕਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਮਿਲਣਾ। ਤਾਂ ਉਹ ਵਾਲਾ ਪ੍ਰੋਸੈਸ ਤੇ ਔਨ ਹੀ ਹੈਗਾ, ਉਹ ਤੇ ਚੱਲੀ ਜਾਏਗਾ ਉਨੀ ਦੇਰ ਤੱਕ। ਲੇਕਿਨ ਸ਼ਾਇਦ 9 ਤਰੀਕ ਨੂੰ ਉਹ ਦੁਬਾਰਾ ਰਿਵਿਊ ਕਰਨਗੇ ਇਲੈਕਸ਼ਨ ਕਮਿਸ਼ਨ ਤੇ ਤਾਂ ਪਤਾ ਲੱਗੇਗਾ ਅਗਾਂਹ ਨੂੰ ਕੀ ਹੋਣਾ ਉਹਦੇ 'ਚ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਸੀਗੇ ਚੁਣਾਵ ਤੋਂ ਪਹਿਲਾਂ ਫਿਰੋਜ਼ਪੁਰ, ਉਹਨਾਂ ਦਾ ਇੱਕ ਬਹੁਤ ਵੱਡੀ ਰੈਲੀ ਰੱਖੀ ਗਈ ਸੀਗੀ, ਲੇਕਿਨ ਅਵਰੋਧ ਪੈਦਾ ਹੋਣ ਕਰਕੇ ਉਹ ਵਾਪਸ ਚਲੇ ਗਏ। ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਸ਼ਾਇਦ 11 ਤਰੀਕ ਤੋਂ ਬਾਅਦ, 9 ਤਰੀਕ ਨੂੰ ਰਿਵਿਊ ਹੁੰਦਾ, 11 ਤਰੀਕ ਤੋਂ ਬਾਅਦ ਸ਼ਾਇਦ ਪਰਮਿਸ਼ਨ ਮਿਲ ਜੇ। ਕੀ ਫਿਰ ਪ੍ਰਧਾਨ ਮੰਤਰੀ ਦਾ 20 ਤਰੀਕ ਤੋਂ ਪਹਿਲਾਂ ਕੋਈ ਦੌਰਾ ਪੋਸੀਬਲ ਲੱਗਦਾ? ਪੰਜਾਬ ਦੌਰੇ ਤੇ ਆ ਸਕਦੇ ਨੇ? ਦੇਖੋ, ਇਹ ਪ੍ਰਧਾਨ ਮੰਤਰੀ ਜੀ ਤੁਸੀਂ ਦੇਖਿਆ ਹੋਣਾ ਕਿ ਹਰ ਜਗ੍ਹਾ ਦੇ ਉੱਤੇ ਉਹ ਚੁਣਾਵ ਦੇ ਵਿੱਚ ਵੀ ਕਿਸੇ ਵੀ ਏਰੀਆ ਦੇ ਵਿੱਚ ਇਹੋ ਜਿਹਾ ਨਹੀਂ ਹੋਇਆ ਕਿ ਜਿੱਥੇ ਪ੍ਰਧਾਨ ਮੰਤਰੀ ਜੀ ਨਾ ਗਏ ਹੋਣ। ਬਿਲਕੁਲ, ਹੀ ਇਜ਼ ਅ ਲੀਡਰ ਹੂ ਲੀਡਸ ਫਰੋਮ ਦ ਫਰੰਟ। ਔਰ ਉਹ ਇਸ ਤਰ੍ਹਾਂ ਨਹੀਂ ਹੈਗਾ ਜਿਸ ਤਰ੍ਹਾਂ ਬਾਕੀ ਲੀਡਰ ਜਿਹੜੇ ਹੈਗੇ ਆਪਣੇ ਜਿਹੜਾ ਡਰਾਇੰਗ ਰੂਮ 'ਚ ਬੈਠ ਕੇ ਕਰਦੇ ਨੇ, ਕੰਮ ਕਰਦੇ ਨੇ। ਸਾਡੇ ਪ੍ਰਧਾਨ ਮੰਤਰੀ ਜਨਤਾ ਦੇ ਵਿੱਚ ਖੜੇ ਹੋ ਕੇ ਉਹ ਗੱਲ ਕਰਦੇ ਨੇ। ਤੋ ਜਿਸ ਵੇਲੇ ਆ ਫੈਸਲਾ ਹੁੰਦਾ ਹੈ ਜੋ ਉਹਦੇ ਉੱਤੇ, ਤੇ ਨੈਚੁਰਲੀ ਫਿਰ ਉਹਨਾਂ ਦੇ ਪ੍ਰੋਗਰਾਮਸ ਨੂੰ ਦੇਖਦੇ ਹੋਏ ਉਹਨਾਂ ਦਾ ਪ੍ਰੋਗਰਾਮ ਇੱਥੇ ਬਾਰੇ ਕੀ ਬਣਦਾ ਹੈ, ਇਹ ਪਾਰਟੀ ਦਾ ਇੱਕ ਫੈਸਲਾ ਹੋਏਗਾ। ਔਰ ਉਸ ਫੈਸਲੇ ਹੁਣ 5 ਸਟੇਟਾਂ ਦੇ ਵਿੱਚ ਚੱਲ ਰਹੇ ਨੇ ਜਿਹੜੇ ਚੁਣਾਵ, ਤੇ ਉਹ 5 ਸਟੇਟਾਂ ਦੇ ਵਿੱਚ ਉਹਨਾਂ ਨੂੰ ਇਹ ਕਰੋਨਾ ਦੇ ਸਿਸਟਮ ਦੇ ਵਿੱਚ ਰੱਖ ਕੇ ਉਹ ਕਿਸ ਢੰਗ ਨਾਲ ਪ੍ਰਚਾਰ ਕਰਨਾ ਹੈ, ਇਹ ਪਾਰਟੀ ਦਾ ਨਿਰਣੇ ਤੁਹਾਨੂੰ ਥੋੜੇ ਦਿਨਾਂ 'ਚ ਪਤਾ ਲੱਗ ਜਾਏਗਾ। ਤੁਹਾਨੂੰ ਪੋਸੀਬਿਲਿਟੀਜ਼ ਲੱਗਦੀਆਂ ਵੀ ਪ੍ਰਧਾਨ ਮੰਤਰੀ ਜੀ 20 ਔਰ 11 ਦੇ ਵਿੱਚ ਪੰਜਾਬ ਦੇ ਦੌਰੇ, ਕਿਉਂਕਿ ਰਾਹੁਲ ਗਾਂਧੀ ਜੀ ਨੇ ਵੀ ਕਿਉਂਕਿ ਰੈਲੀਆਂ ਦਾ ਉਹ ਸੀਗਾ, ਲੇਕਿਨ ਫਿਰ ਵੀ ਉਹਨਾਂ ਨੇ ਕੋਈ ਨਾ ਕੋਈ ਸਿਸਟਮ ਜਿਹੜਾ ਅਡਾਪਟ ਕੀਤਾ, ਜਿੱਦਾਂ ਤੁਸੀਂ ਕਹਿ ਰਹੇ ਹੋ, ਤਾਂ ਲੱਗਦਾ ਮੈਂ ਪ੍ਰਧਾਨ ਮੰਤਰੀ ਜੀ ਦਾ ਵੀ ਇਹ ਦੌਰਾ ਬਣ ਸਕਦਾ। ਦੇਖੋ, ਇਹਦੇ ਬਾਰੇ ਜਦ ਤੱਕ ਇਲੈਕਸ਼ਨ ਕਮਿਸ਼ਨ ਦੀ ਕਲੈਰਿਟੀ ਨਹੀਂ ਆਉਂਦੀ ਤਦ ਤੱਕ ਇਸ ਬਾਰੇ ਜਿਹੜਾ ਹੈਗਾ ਸਹੀ ਤੌਰ ਦੇ ਉੱਤੇ ਜਵਾਬ ਦੇਣਾ ਬੜਾ ਮੁਸ਼ਕਿਲ ਹੈ। ਚਲੋ, ਥੈਂਕ ਯੂ ਟੰਡਨ ਜੀ। ਥੈਂਕ ਯੂ ਜੀ, ਮਿਹਰਬਾਨੀ। ਇਹ ਸੀਗੇ ਸੰਜੇ ਟੰਡਨ ਜੀ, ਜਿਹੜੇ ਕਿ ਹਿਮਾਚਲ ਬੀਜੇਪੀ ਦੇ ਸਹਿ ਪ੍ਰਭਾਰੀ ਨੇ ਔਰ ਚੰਡੀਗੜ੍ਹ ਬੀਜੇਪੀ ਦੇ 10 ਸਾਲ ਤੱਕ ਅਧਿਅਕਸ਼ ਰਹੇ ਨੇ। ਇਸ ਟਾਈਮ ਪੰਜਾਬ ਦਾ ਚੁਣਾਵ ਪ੍ਰਚਾਰ ਦੇਖ ਰਹੇ ਨੇ। ਸੰਜੇ ਟੰਡਨ ਜੀ ਦਾ ਦਾਅਵਾ ਹੈ ਕਿ ਜਿੱਦਾਂ ਹਰਿਆਣੇ ਵਿੱਚ ਜਦੋਂ ਬੀਜੇਪੀ ਨੇ ਪਹਿਲੀ ਵਾਰ ਜਦੋਂ ਚੁਣਾਵ ਲੜਿਆ ਤਾਂ ਆਪਣੀ ਸਰਕਾਰ ਬਣਾਈ, ਸੰਜੇ ਟੰਡਨ ਜੀ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਵੀ ਬੀਜੇਪੀ ਦੀ ਹੁਣ ਸਰਕਾਰ ਬਣੇਗੀ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਦੀਪਕ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ।
ਅਲੀਸ਼ਾ ਬੇਗਮ, ਨਾ ਕੋਈ ਚੁਣੌਤੀ ਨਾ ਕੋਈ ਇਨਾਮ, ਸਿਰਫ ਕੰਮ ਨੂੰ ਸਲਾਮ। ਵਸ਼ੀਕਰਨ ਕਰਵਾਉਣਾ ਹੋਵੇ ਜਾਂ ਤੁੜਵਾਉਣਾ ਹੋਵੇ, ਪਿਆਰ ਵਿੱਚ ਧੋਖਾ, ਵਿਆਹ ਲਈ ਮਾਂ-ਬਾਪ ਦਾ ਨਾ ਮੰਨਣਾ, ਕੰਮ ਉਹੀ ਜੋ ਸਿਰ ਚੜ ਕੇ ਬੋਲੇ, ਇੱਧਰ ਉੱਧਰ ਨਾ ਭਟਕੋ, ਦੁਆ ਵੀ ਤਕਦੀਰ ਬਦਲ ਸਕਦੀ ਹੈ। ਸੋਚਣ ਨਾਲ ਨਹੀਂ, ਫੋਨ ਕਰਨ ਨਾਲ ਦੁੱਖ ਦੂਰ ਹੋਵੇਗਾ। ਝੂਠੇ ਅਤੇ ਮਿੱਠੇ ਬਣ ਕੇ ਲੁੱਟਣ ਵਾਲਿਆਂ ਤੋਂ ਸਾਵਧਾਨ। ਹਰ ਸਮੱਸਿਆ ਦਾ ਹੱਲ 3 ਦਿਨਾਂ ਵਿੱਚ ਕੀਤਾ ਜਾਂਦਾ ਹੈ। ਜੇ ਤੁਹਾਡੀ ਕਿਸਮਤ 'ਚ ਲੋਟਰੀ ਹੈ ਤਾਂ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ? ਸੁਪਰ ਸਪੈਸ਼ਲਿਸਟ, ਪਤੀ ਅਤੇ ਪਤਨੀ ਵਿਚਕਾਰ ਦਰਾਰ, ਪ੍ਰੇਮ ਵਿਆਹ, ਨੌਕਰੀ, ਕਾਰੋਬਾਰ ਵਿੱਚ ਰੁਕਾਵਟ, ਅਦਾਲਤੀ ਕੇਸ, ਤਲਾਕ ਦਾ ਕੇਸ, ਸੌਂਕਣ, ਦੁਸ਼ਮਣ ਤੋਂ ਛੁਟਕਾਰਾ ਪਾਓ, ਲੋਟਰੀ, ਸੱਟਾ ਨੰਬਰ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਬਿਮਾਰੀ 'ਚ ਦਵਾਈ ਦਾ ਨਾ ਲੱਗਣਾ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जा तुड़वाओ, रुस्से नूं मनाउणा। हुणे कॉल करो बाबा सलीम खान 98 199 37 467।